ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਇਹਨਾਂ ਹੈਡਲਾਈਨਸ ਦੇ ਉੱਪਰ। ਤੀਸਰੇ ਵਿਸ਼ਵ ਯੁੱਧ ਦੀ ਤਿਆਰੀ, ਬਾਈਡਨ ਨੇ ਦਿੱਤੀ ਚੇਤਾਵਨੀ। ਕੈਨੇਡਾ 'ਚ ਪੰਜਾਬਣ ਤੇ ਹਮਲਾ, ਰਾਤ ਨੂੰ ਕਰ ਰਹੀ ਸੀ ਡਿਊਟੀ। ਸਰਕਾਰ ਵੱਲੋਂ ਯੂਕਰੇਨ ਦੀ ਹੋਰ ਮਦਦ ਦਾ ਐਲਾਨ, ਸਰਕਾਰ ਨੇ ਭੇਜੀ $100 ਮਿਲੀਅਨ ਦੀ ਮਦਦ। ਯੂਕਰੇਨ ਦੀ ਮਦਦ ਕਰੇਗਾ ਕੈਨੇਡਾ, ਜਸਟਿਨ ਟਰੂਡੋ ਦਾ ਵੱਡਾ ਐਲਾਨ। ਰੂਸ ਦੇ ਚੈਨਲ ਕੀਤੇ ਬੰਦ, ਕੈਨੇਡਾ ਨੇ ਲਿਆ ਫੈਸਲਾ। ਇਸ ਹਫ਼ਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਰਹੀ ਕਿ ਕਿਤੇ ਵਿਸ਼ਵ ਯੁੱਧ ਤੀਸਰਾ ਨਾ ਛਿੜ ਜਾਵੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ ਰਸ਼ੀਆ ਆਪਣੀਆਂ ਉਹਨਾਂ ਚੀਜ਼ਾਂ ਦੇ ਉੱਪਰ ਹੀ ਬਰਕਰਾਰ ਰਿਹਾ ਤਾਂ ਇਹ ਜੰਗ ਦੋ ਦੇਸ਼ਾਂ ਤੱਕ ਸੀਮਿਤ ਨਹੀਂ ਰਹੇਗੀ। ਇਸ ਤੋਂ ਇਲਾਵਾ ਰਸ਼ੀਆ ਦੇ ਇੱਕ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਹਨਾਂ ਕਿਹਾ ਕਿ ਤੀਸਰਾ ਵਿਸ਼ਵ ਯੁੱਧ ਹੋ ਸਕਦਾ ਹੈ। ਰੂਸ ਤੇ ਯੂਕਰੇਨ ਵਿੱਚ ਇਸ ਸਮੇਂ ਜੋ ਜੰਗ ਚੱਲ ਰਹੀ ਹੈ, ਉਸ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਜੋ ਬਾਈਡਨ ਦਾ ਕਹਿਣਾ ਹੈ ਕਿ ਜੇਕਰ ਰੂਸ ਹਮਲੇ ਦਾ ਹਰਜਾਨਾ ਅਦਾ ਨਹੀਂ ਕਰਦਾ ਤਾਂ ਇਹ ਜੰਗ ਸਿਰਫ ਇੱਕ ਦੇਸ਼ ਤੱਕ ਸੀਮਿਤ ਨਹੀਂ ਰਹੇਗੀ। ਦੱਸੀਏ ਕਿ ਹੁਣ ਵੱਖ-ਵੱਖ ਦੇਸ਼ ਲਗਾਤਾਰ ਰਸ਼ੀਆ ਉੱਪਰ ਕਈ ਪਾਬੰਦੀਆਂ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਰਸ਼ੀਆ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਜਾਵੇ। ਉਧਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਯੂਕਰੇਨੀ ਰਾਸ਼ਟਰਪਤੀ ਪੁਤਿਨ ਉੱਪਰ ਹੋਰ ਦਬਾਅ ਵਧਾਉਣ ਲਈ ਰੂਸ ਉੱਪਰ ਕਈ ਪਾਬੰਦੀਆਂ ਲਗਾਉਣ ਦੇ ਲਈ ਸਹਿਮਤ ਹੋਏ। ਹਾਲ ਹੀ ਵਿੱਚ ਕੈਨੇਡਾ ਵੱਲੋਂ ਵੀ ਪਾਬੰਦੀਆਂ ਬਾਰੇ ਵੱਡਾ ਐਲਾਨ ਕੀਤਾ ਗਿਆ ਸੀ, ਪਰ ਹੁਣ ਜੋ ਬਾਈਡਨ ਵੱਲੋਂ ਜੋ ਆਪਣੇ ਵਿਚਾਰ ਦੱਸੇ ਗਏ ਨੇ ਤੇ ਉਹਨਾਂ ਵੱਲੋਂ ਕਿਹੜੀ ਚੇਤਾਵਨੀ ਦਿੱਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। The United States is a member along with 29 other nations. It matters. American diplomacy matters. American resolve matters. Putin's latest attack on Ukraine was premeditated and totally unprovoked. He rejected repeated efforts at diplomacy. He thought the West and NATO wouldn't respond. He thought he could divide us at home in this chamber, in this nation. He thought he could divide us in Europe as well. But Putin was wrong. We are ready. We are united, and that's what we did. We stayed united. We prepared extensively and carefully. We spent months building coalitions of other freedom-loving nations in Europe and the Americas, from America to the Asian and African continents, to confront Putin. Like many of you, I spent countless hours unifying our European allies. We shared with the world in advance what we knew Putin was planning and precisely how we would try to falsify and justify his aggression. We countered Russia's lies with the truth. And now that he's acted, the free world is holding him accountable, along with 27 members of the European Union, including France, Germany, Italy, as well as countries like the United Kingdom, Canada, Japan, Korea, Australia, New Zealand, and many others. Even Switzerland are inflicting pain on Russia and supporting the people of Ukraine. Putin is now isolated from the world more than he has ever been. ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਖਿਲੌਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬਣ ਦੇ ਉੱਪਰ ਹਮਲਾ ਕੀਤਾ ਗਿਆ। ਇਸ ਪੰਜਾਬਣ ਦੀ ਹਮਲੇ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਉਣ ਤੋਂ ਬਾਅਦ ਮੌਤ ਹੋ ਗਈ। ਲਗਾਤਾਰ ਸੋਸ਼ਲ ਮੀਡੀਆ ਉੱਪਰ ਵੀ ਇਸ ਪੰਜਾਬਣ ਬਾਰੇ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ। ਪ੍ਰੀਮੀਅਰ ਜੌਨ ਹੌਰਗਨ ਵੀ ਇਸ ਬਾਰੇ ਬੋਲੇ ਤੇ ਪੂਰੇ ਮਾਮਲੇ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਖਬਰ ਰਾਹੀਂ। ਪੰਜਾਬਣ ਉੱਪਰ ਕੈਨੇਡਾ ਵਿੱਚ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਸ ਪੰਜਾਬਣ ਦੀ ਕੈਨੇਡਾ ਵਿੱਚ ਮੌਤ ਹੋਈ, ਉਸ ਦਾ ਨਾਮ ਹਰਮਨਦੀਪ ਕੌਰ ਦੱਸਿਆ ਗਿਆ ਤੇ ਉਸ ਦੀ ਉਮਰ 24 ਸਾਲ ਦੇ ਕਰੀਬ ਦੱਸੀ ਗਈ ਹੈ। ਹਰਮਨ ਵੱਲੋਂ UBC ਓਕਨਾਗਨ ਵਿੱਚ ਸਿਕਿਉਰਿਟੀ ਗਾਰਡ ਦੇ ਤੌਰ ਦੇ ਉੱਪਰ ਨੌਕਰੀ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਹਰਮਨ ਹਾਲ ਹੀ ਵਿੱਚ ਭਾਰਤ ਤੋਂ ਕੈਨੇਡਾ ਆਈ ਸੀ ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਪੂਰਾ ਕਰ ਸਕੇ। ਇਸ ਵੱਲੋਂ ਓਕਨਾਗਨ ਕਾਲਜ ਅਟੈਂਡ ਕੀਤਾ ਜਾਂਦਾ ਸੀ ਅਤੇ ਨਾਲ ਹੀ ਉਹ ਸਿਕਿਉਰਿਟੀ ਦੇ ਤੌਰ ਦੇ ਉੱਪਰ ਕੰਮ ਕਰਦੀ ਸੀ। ਜਿਸ ਸਮੇਂ ਉਹ ਆਪਣੀ ਓਵਰਨਾਈਟ ਸ਼ਿਫਟ ਲਗਾ ਰਹੀ ਸੀ ਤਾਂ ਉਸ ਨਾਲ ਅਸੌਲਟ ਦੀ ਘਟਨਾ ਵਾਪਰੀ। ਜਿਸ ਸਮੇਂ ਹਰਮਨ ਨਾਲ ਅਜਿਹਾ ਮਾਮਲਾ ਵਾਪਰਿਆ, ਉਸ ਸਮੇਂ ਤੜਕੇ ਦੇ 6 ਵਜੇ ਹੋਏ ਸਨ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਰਮਨ ਦੇ ਮਾਂ-ਬਾਪ ਇਸ ਹਫ਼ਤੇ ਕੈਨੇਡਾ ਆਉਣਗੇ ਤੇ ਉਹਨਾਂ ਵੱਲੋਂ ਆਪਣੀ ਬੇਟੀ ਦੀ ਬੋਡੀ ਕਲੈਕਟ ਕੀਤੀ ਜਾਵੇਗੀ। RCMP ਵੱਲੋਂ ਇਸ ਮਾਮਲੇ ਨਾਲ ਜੁੜੇ ਹੋਏ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੂੰ ਮੈਂਟਲ ਹੈਲਥ ਐਕਟ ਅਧੀਨ ਡਿਟੇਨ ਕੀਤਾ ਗਿਆ। ਅਜੇ ਇਸ ਸਸਪੈਕਟ ਦੇ ਉੱਪਰ ਕੋਈ ਵੀ ਚਾਰਜਸ ਨਹੀਂ ਲਗਾਏ ਗਏ। ਹੁਣ ਕੈਨੇਡਾ ਤੋਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਲਗਾਤਾਰ ਯੂਕਰੇਨ ਦੀ
ਜੰਗ ਦੇ ਵਿੱਚ ਮਦਦ ਕੀਤੀ ਗਈ। ਕਾਫੀ ਚੀਜ਼ਾਂ ਕੈਨੇਡਾ ਵੱਲੋਂ ਜੰਗ ਨਾਲ ਸੰਬੰਧਿਤ ਯੂਕਰੇਨ ਨੂੰ ਮੁਹੱਈਆ ਕਰਵਾਈਆਂ ਗਈਆਂ। ਜਾਣਕਾਰੀ ਮੁਤਾਬਕ $100 ਮਿਲੀਅਨ ਦੀਆਂ ਹੋਰ ਚੀਜ਼ਾਂ ਵੀ ਯੂਕਰੇਨ ਨੂੰ ਕੈਨੇਡਾ ਵੱਲੋਂ ਸਪਲਾਈ ਕੀਤੀਆਂ ਗਈਆਂ। ਕੈਨੇਡਾ ਸਰਕਾਰ ਵੱਲੋਂ ਯੂਕਰੇਨ ਦੀ ਜੰਗ ਵਿੱਚ ਮਦਦ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਯੂਕਰੇਨ ਨੂੰ ਜੰਗ ਨਾਲ ਜੁੜੀਆਂ ਹੋਈਆਂ ਹੋਰ $100 ਮਿਲੀਅਨ ਦੀਆਂ ਚੀਜ਼ਾਂ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਹੁਣ ਆਟਵਾ ਵੱਲੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਰਸ਼ੀਆ ਦੀਆਂ ਰਜਿਸਟਰਡ ਸ਼ਿਪਸ ਅਤੇ ਫਿਸ਼ਿੰਗ ਵੈਸਲਸ ਨੂੰ ਬੈਨ ਕੀਤਾ ਜਾਵੇ। ਦੱਸ ਦਈਏ ਕਿ ਅੱਜ ਇਨ੍ਹਾਂ ਸਾਰੇ ਨਵੇਂ ਮੈਸ਼ਰਸ ਬਾਰੇ ਐਲਾਨ ਕੀਤਾ ਗਿਆ। ਆਟਵਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ $100 ਮਿਲੀਅਨ ਦੀਆਂ ਹੋਰ ਚੀਜ਼ਾਂ ਯੂਕਰੇਨ ਨੂੰ ਭੇਜੀਆਂ ਜਾਣਗੀਆਂ ਜੋ ਜੰਗ ਵਿੱਚ ਉਨ੍ਹਾਂ ਦੇ ਕੰਮ ਆਉਣਗੀਆਂ। ਇਸ ਮਦਦ ਨਾਲ ਐਮਰਜੈਂਸੀ ਹੈਲਥ ਸਰਵਿਸਿਜ਼, ਪ੍ਰੋਟੈਕਸ਼ਨ, ਸ਼ੈਲਟਰ, ਵਾਟਰ, ਸੈਨੀਟੇਸ਼ਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਇਸ ਬਾਰੇ ਨਿਊਜ਼ ਰਿਲੀਜ਼ ਰਾਹੀਂ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਵੀਰਵਾਰ ਰਸ਼ੀਆ ਵੱਲੋਂ ਯੂਕਰੇਨ ਉੱਪਰ ਹਮਲਾ ਕੀਤਾ ਗਿਆ। ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਯੂਕਰੇਨ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈ ਲੋਕ ਇੱਥੇ ਜੰਗ ਵਿੱਚ ਮਦਦ ਵੀ ਕਰ ਰਹੇ ਨੇ। ਹੁਣ ਆਮ ਲੋਕਾਂ ਵੱਲੋਂ ਵੀ ਇੱਥੇ ਹਥਿਆਰ ਚੁੱਕ ਲਏ ਗਏ ਨੇ ਜੋ ਆਪਣੀ ਦੇਸ਼ ਦੀ ਰਾਖੀ ਕਰ ਰਹੇ ਹਨ। ਕੈਨੇਡਾ ਵੱਲੋਂ ਸਮੇਂ-ਸਮੇਂ ਦੇ ਉੱਪਰ ਯੂਕਰੇਨ ਨੂੰ ਮਦਦ ਭੇਜੀ ਜਾ ਰਹੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਬਾਰੇ ਐਲਾਨ ਕੀਤਾ ਗਿਆ ਸੀ। ਯੂਕਰੇਨ ਦੇ ਉੱਪਰ ਜੋ ਰਸ਼ੀਆ ਵੱਲੋਂ ਹਮਲਾ ਕੀਤਾ ਗਿਆ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਹਫ਼ਤੇ ਲਗਾਤਾਰ ਬੋਲਦੇ ਹੋਏ ਦਿਖਾਈ ਦਿੱਤੇ। ਯੂਕਰੇਨ ਦੀ ਮਦਦ ਵੀ ਕੈਨੇਡਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਕਾਫੀ ਜਿਹੜੀਆਂ ਜੰਗ ਦੀਆਂ ਚੀਜ਼ਾਂ ਨੇ ਉਹ ਵੀ ਕੈਨੇਡਾ ਵੱਲੋਂ ਯੂਕਰੇਨ ਨੂੰ ਮੁਹੱਈਆ ਕਰਵਾਈਆਂ ਗਈਆਂ। ਇਸ ਬਾਰੇ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਵਾਸਤੇ ਵੱਡਾ ਐਲਾਨ ਕੀਤਾ ਗਿਆ। ਕੈਨੇਡਾ ਸਰਕਾਰ ਵੱਲੋਂ ਹੁਣ ਯੂਕਰੇਨੀਆਂ ਦੀ ਮਦਦ ਕੀਤੀ ਜਾਵੇਗੀ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਯੂਕਰੇਨ ਨੂੰ ਐਂਟੀ ਟੈਂਕ ਵੈਪਨਸ ਭੇਜੇ ਜਾਣਗੇ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਰਸ਼ੀਅਨ ਕਰੂਡ ਆਇਲ ਸੰਬੰਧੀ ਵੀ ਆਪਣੇ ਵਿਚਾਰ ਦੱਸੇ। ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ ਕਿ ਹੁਣ ਰਸ਼ੀਅਨ ਕਰੂਡ ਆਇਲ ਦੇ ਸਾਰੇ ਇੰਪੋਰਟਸ ਨੂੰ ਰੋਕ ਦਿੱਤਾ ਜਾਵੇ। ਇਸ ਦੇ ਨਾਲ ਹੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹੁਣ ਯੂਕਰੇਨੀਆਂ ਦੀ ਮਦਦ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ $7.8 ਮਿਲੀਅਨ ਦਾ ਲੀਥਲ ਯੂਕਰੇਨ ਨੂੰ ਭੇਜਿਆ ਜਾ ਚੁੱਕਿਆ ਹੈ, ਜਿਸ ਦੀ ਜਾਣਕਾਰੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਅੱਜ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਸਾਡੇ ਵੱਲੋਂ ਯੂਕਰੇਨ ਵਾਸਤੇ ਮਿਲਟਰੀ ਸਪਲਾਈਜ਼, ਜਿਸ ਵਿੱਚ ਬਾਡੀ ਆਰਮਰ, ਹੈਲਮਟ, ਗੈਸ ਮਾਸਕ, ਨਾਈਟ ਵਿਜ਼ਨ ਗੋਗਲਸ ਸ਼ਾਮਲ ਸਨ, ਇਹ ਭੇਜੀਆਂ ਗਈਆਂ ਨੇ ਤੇ ਆਉਣ ਵਾਲੇ ਸਮੇਂ ਦੌਰਾਨ ਵੀ ਯੂਕਰੇਨ ਵਾਸੀਆਂ ਦੀ ਮਦਦ ਕੀਤੀ ਜਾਵੇਗੀ। ਰਸ਼ੀਆ ਵੱਲੋਂ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਕੈਨੇਡਾ ਵੀ ਲਗਾਤਾਰ ਇਸ ਹਫ਼ਤੇ ਰਸ਼ੀਆ ਖਿਲਾਫ ਕਾਰਵਾਈ ਕਰਦਾ ਹੋਇਆ ਦਿਖਾਈ ਦਿੱਤਾ। ਕੈਨੇਡਾ ਵਿੱਚ ਰਸ਼ੀਆ ਦੇ ਜਿਹੜੇ ਸਰਕਾਰੀ ਫੰਡਡ ਚੈਨਲ ਸਨ, ਉਹਨਾਂ ਨੂੰ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ। ਕਈ ਜਗ੍ਹਾ ਤੇ ਇਹਨਾਂ ਨੂੰ ਸਰਕਾਰੀ ਪ੍ਰੋਪੇਗੈਂਡਾ ਵੀ ਦੱਸਿਆ ਗਿਆ ਤੇ ਕੈਨੇਡਾ ਵੱਲੋਂ ਜੋ ਰੂਸ ਖਿਲਾਫ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਵਿੱਚੋਂ ਹੀ ਇਹ ਇੱਕ ਪਾਬੰਦੀ ਸੀ ਜੋ ਇਸ ਹਫ਼ਤੇ ਲਗਾਈ ਗਈ। ਜੋ ਰਸ਼ੀਆ ਵੱਲੋਂ ਇਸ ਸਮੇਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਹੋਇਆ ਹੈ, ਇਸ ਦੇ ਮੱਦੇਨਜ਼ਰ ਰੋਜਰ ਅਤੇ ਬੈਲ ਵੱਲੋਂ ਰਸ਼ੀਆ ਖਿਲਾਫ ਵੱਡਾ ਕਦਮ ਚੁੱਕਿਆ ਗਿਆ। ਰੋਜਰਸ ਅਤੇ ਬੈਲ ਵੱਲੋਂ ਰਸ਼ੀਆ ਦੇ ਸਰਕਾਰੀ ਟੀਵੀ ਚੈਨਲ ਦੇ ਪ੍ਰਸਾਰਣ ਨੂੰ ਰੋਕ ਦਿੱਤਾ ਗਿਆ ਹੈ। ਜੀ ਹਾਂ, ਕੈਨੇਡਾ ਦੀਆਂ ਦੋ ਵੱਡੀਆਂ ਟੈਲੀਕਾਮ, ਮੀਡੀਆ ਅਤੇ ਟੀਵੀ ਕੇਬਲ ਕੰਪਨੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ। ਦਰਅਸਲ ਜੋ ਰੂਸ ਵੱਲੋਂ ਯੂਕਰੇਨ ਉੱਪਰ ਹਮਲਾ ਕੀਤਾ ਗਿਆ, ਇਸ ਦਾ ਜਵਾਬ ਦਿੰਦਿਆਂ ਇਹਨਾਂ ਕੰਪਨੀਆਂ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। ਵੈਲ ਵੱਲੋਂ ਵੀਕਐਂਡ ਦੌਰਾਨ ਹੀ ਪ੍ਰਸਾਰਣ ਹਟਾ ਦਿੱਤਾ ਗਿਆ ਸੀ, ਜਿਸ ਦੀ ਉਹਨਾਂ ਨੇ ਪੁਸ਼ਟੀ ਕੀਤੀ। ਰੋਜਰਸ ਵੱਲੋਂ ਇਹ ਕਦਮ ਅੱਜ ਤੋਂ ਚੁੱਕਿਆ ਜਾ ਰਿਹਾ ਹੈ, ਜਿੱਥੇ ਪ੍ਰਸਾਰਣ ਨੂੰ ਰੋਕ ਦਿੱਤਾ ਗਿਆ ਹੈ। ਫਿਲਹਾਲ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਜੋ ਰੋਕ ਲਗਾਈ ਗਈ ਹੈ, ਇਹ ਪੂਰੇ ਸਮੇਂ ਦੇ ਲਈ ਜਾਰੀ ਰਹਿਣ ਵਾਲੀ ਹੈ ਜਾਂ ਫਿਰ ਕੁਝ ਸਮੇਂ ਲਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਜਿਹੜੇ ਟੀਵੀ ਚੈਨਲਸ ਦਾ ਪ੍ਰਸਾਰਣ ਰੋਕਿਆ ਗਿਆ, ਉਹਨਾਂ ਵਿੱਚੋਂ ਇੱਕ ਰਸ਼ੀਆ ਟੁਡੇ 2005 ਵਿੱਚ ਸ਼ੁਰੂ ਕੀਤਾ ਗਿਆ ਸੀ। ਵੈਬਸਾਈਟ ਮੁਤਾਬਕ ਇਹ ਚੈਨਲ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਿਤ ਹੁੰਦਾ ਹੈ। ਰਸ਼ੀਆ ਦੇ ਸਰਕਾਰੀ ਫੰਡਿੰਗ ਵਾਲੇ ਇਸ ਚੈਨਲ ਨੂੰ ਹੁਣ ਰੂਸੀ ਪ੍ਰੋਪੇਗੈਂਡਾ ਆਖਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ ਕਈ ਰੋਕਾਂ ਰਸ਼ੀਆ ਉੱਪਰ ਲਗਾਈਆਂ ਜਾ ਚੁੱਕੀਆਂ ਨੇ। ਰੂਸ ਵੱਲੋਂ ਜੋ ਯੂਕਰੇਨ ਉੱਪਰ ਹਮਲਾ ਕੀਤਾ ਗਿਆ, ਇਸ ਦੇ ਬਦਲੇ ਵਿੱਚ ਕੈਨੇਡਾ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਹਨਾਂ ਦੇ ਕਰੀਬੀਆਂ ਖਿਲਾਫ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਹਾਲ ਹੀ ਵਿੱਚ ਸੂਬਿਆਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਲਿਕਰ ਸਟੋਰਾਂ ਤੋਂ ਜੋ ਰਸ਼ੀਆ ਦੀਆਂ ਬਣੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਨੇ, ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਹਫ਼ਤੇ ਆਰਥਿਕਤਾ ਦੇ ਸੰਬੰਧ ਵਿੱਚ ਕੈਨੇਡਾ ਤੋਂ ਚੰਗੀ ਖਬਰ ਸਾਹਮਣੇ ਆਈ। ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜਾ ਜਾਰੀ ਕਰਕੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਆਰਥਿਕਤਾ ਸੁਧਰਦੀ ਹੋਈ ਦਿਖਾਈ ਦੇ ਰਹੀ ਹੈ।
ਪਹਿਲਾਂ ਓਮਿਕਰੋਨ ਵੇਰੀਐਂਟ ਕਾਰਨ ਇਸ ਆਰਥਿਕਤਾ ਦੇ ਉੱਪਰ ਅਸਰ ਪਿਆ ਸੀ, ਪਰ ਹੁਣ ਮੁੜ ਤੋਂ ਆਰਥਿਕਤਾ ਲੀਹਾਂ ਦੇ ਉੱਪਰ ਆਉਂਦੀ ਹੋਈ ਦਿਖਾਈ ਦਿੱਤੀ। 2021 ਦੇ 4th ਕੁਆਰਟਰ ਵਿੱਚ ਕੈਨੇਡਾ ਦੀ ਆਰਥਿਕਤਾ ਕਿਸ ਤਰ੍ਹਾਂ ਦੀ ਰਹੀ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਚੌਥੀ ਤਿਮਾਹੀ ਵਿੱਚ ਕੈਨੇਡੀਅਨ ਇਕਾਨਮੀ ਅੰਦਰ 6.7% ਦਾ ਵਾਧਾ ਦਰਜ ਕੀਤਾ ਗਿਆ। ਇਸ ਸੰਬੰਧੀ ਐਕਸਪਰਟਸ ਵੱਲੋਂ ਕਿਹਾ ਗਿਆ ਸੀ ਕਿ ਇਸ ਪੀਰੀਅਡ ਵਿੱਚ 6.5% ਵਾਧਾ ਹੋਵੇਗਾ, ਜੋ ਕਿ ਉਮੀਦ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਨਵੇਂ ਅੰਕੜਿਆਂ ਮੁਤਾਬਕ 2021 ਵਿੱਚ ਕੈਨੇਡਾ ਇਕਾਨਮੀ ਅੰਦਰ 4.6% ਵਾਧਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਨ ਕੈਨੇਡਾ ਦੀ ਆਰਥਿਕਤਾ ਕਈ ਵਾਰ ਪ੍ਰਭਾਵਿਤ ਹੋਈ ਹੈ। ਜੋ ਜਾਣਕਾਰੀ 2020 ਦੇ ਬਾਰੇ ਸਾਹਮਣੇ ਆਈ ਸੀ, ਉਸ ਵਿੱਚ 5.2% ਦਾ ਘਾਟਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਨਵਰੀ ਮਹੀਨੇ ਵਿੱਚ GDP 0.2% ਵੱਧ ਦਰਜ ਕੀਤੀ ਗਈ। ਇਸ ਦੇ ਨਾਲ ਹੀ ਦੱਸ ਦਈਏ, ਬੈਂਕ ਆਫ ਕੈਨੇਡਾ ਵੱਲੋਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਸ ਤਿਮਾਹੀ ਵਿੱਚ 5.8% ਦਾ ਵਾਧਾ ਹੋਵੇਗਾ। ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ ਦਰਾਂ ਵਿੱਚ 0.50% ਵਾਧਾ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਆਰਥਿਕਤਾ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਈ। ਮਾਰਚ 2020 ਤੋਂ ਹੀ ਆਰਥਿਕਤਾ ਦੇ ਉੱਪਰ ਇਸ ਦਾ ਅਸਰ ਪੈਂਦਾ ਹੋਇਆ ਦਿਖਾਈ ਦਿੱਤਾ। ਕਈ ਵਾਰ ਜੋ ਆਰਥਿਕਤਾ ਹੇਠਾਂ ਜਾਂਦੀ ਦਿਖਾਈ ਦਿੱਤੀ, ਪਰ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਆਰਥਿਕਤਾ ਦੇ ਵਿੱਚ ਸੁਧਾਰ ਵੀ ਹੋਇਆ। ਤੇ ਹੁਣ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪਹਿਲਾਂ ਦੇ ਮੁਕਾਬਲੇ ਆਰਥਿਕਤਾ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਇਸ ਬਾਰੇ ਨਵੇਂ ਆંકੜੇ ਪੇਸ਼ ਕੀਤੇ ਗਏ ਹਨ। ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬੀ ਗ੍ਰਿਫਤਾਰ ਕੀਤੇ ਗਏ, ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹਨਾਂ ਪੰਜਾਬੀਆਂ ਦੇ ਨਾਮ ਵੀ ਜਨਤਕ ਕੀਤੇ ਗਏ। ਨਸ਼ੇ ਦੇ ਮਾਮਲੇ ਦੇ ਵਿੱਚ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਪਰ ਚਾਰਜਸ ਲਗਾਏ ਗਏ ਨੇ। ਇਹ ਮਾਮਲਾ ਓਨਟਾਰੀਓ ਪਾਉਂਟ ਐਡਵਰਡ ਤੋਂ ਸਾਹਮਣੇ ਆਇਆ ਹੈ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਅਤੇ RCMP ਵੱਲੋਂ ਸਾਂਝੇ ਤੌਰ ਤੇ ਉੱਪਰ ਕਾਰਵਾਈ ਕੀਤੀ ਗਈ। ਇਨ੍ਹਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਦੌਰਾਨ 265 ਕਿਲੋ ਸ਼ੱਕੀ ਹੈਰੋਇਨ ਅਤੇ ਨਸ਼ੇ ਦੀ ਬਰਾਮਦਗੀ ਕੀਤੀ ਗਈ ਹੈ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ। ਇਸ ਦਾ ਨਾਮ ਅਰਸ਼ਦੀਪ ਸਿੰਘ ਦੱਸਿਆ ਗਿਆ ਤੇ ਉਮਰ 23 ਸਾਲ ਹੈ। ਅਰਸ਼ਦੀਪ ਟਰੱਕ ਚਲਾ ਰਿਹਾ ਸੀ, ਜਿਸ ਨੂੰ ਨਸ਼ੇ ਦੇ ਮਾਮਲੇ ਵਿੱਚ ਚਾਰਜ ਤੇ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ 13 ਜਨਵਰੀ 2022 ਨੂੰ ਇੱਕ ਕਮਰਸ਼ੀਅਲ ਟਰਾਂਸਪੋਰਟ ਟਰੱਕ ਨੂੰ ਪੁਆਇੰਟ ਐਡਵਰਡ ਓਨਟਾਰੀਓ ਬਾਰਡਰ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਦਾਖਲ ਹੋਣ ਸਮੇਂ ਜਾਂਚ ਬੂਥ ਉੱਤੇ ਪਹੁੰਚਣ ਤੋਂ ਬਾਅਦ ਸੈਕੰਡਰੀ ਇਨਸਪੈਕਸ਼ਨ ਲਈ ਕੱਢਿਆ ਗਿਆ ਸੀ। ਜਾਂਚ ਦੌਰਾਨ ਬਾਰਡਰ ਅਧਿਕਾਰੀਆਂ ਨੇ ਕੂੜੇ ਦੇ ਵੱਡੇ ਬੈਗ ਅਤੇ ਵਾਧੂ ਟਾਇਰ ਨੋਟ ਕੀਤੇ। ਅਗਲੀ ਜਾਂਚ ਸਮੇਂ ਗੈਰ ਕਾਨੂੰਨੀ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਇੱਥੋਂ ਬਰਾਮਦਗੀ ਹੋਈ। ਇਸ ਮੌਕੇ 265 ਕਿਲੋਗ੍ਰਾਮ ਸ਼ੱਕੀ ਹੈਰੋਇਨ ਅਤੇ ਹੋਰ ਨਸ਼ਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕੋਲੋਂ ਮੈਟਾਫੈਟਾਮਾਈਨ ਵੀ ਬਰਾਮਦ ਕੀਤੀ ਗਈ। ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਚੱਲ ਰਹੀ ਹੈ ਤੇ ਪੁਲਿਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। IRCC ਵੱਲੋਂ TRVs ਲਈ ਇੱਕ ਵੱਡਾ ਐਲਾਨ ਇਸ ਹਫ਼ਤੇ ਕੀਤਾ ਗਿਆ, ਜੋ ਪਹਿਲਾਂ ਕੋਰੋਨਾ ਵਾਇਰਸ ਦੌਰਾਨ ਇੱਕ ਪ੍ਰੋਗਰਾਮ ਲਿਆਂਦਾ ਗਿਆ ਸੀ, ਜਿਸ ਮੁਤਾਬਕ ਜਿਹੜੇ ਟੈਂਪਰੇਰੀ ਰੈਜ਼ੀਡੈਂਸ ਹੋਲਡਰ ਨੇ ਉਹ ਕੈਨੇਡਾ ਵਿੱਚ ਰਹਿ ਕੇ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ। ਇਸ ਨੂੰ ਹੁਣ ਅੱਗੇ ਵਧਾਇਆ ਗਿਆ ਹੈ। ਇਸ ਨੂੰ ਫਰਵਰੀ 2023 ਤੱਕ ਵਧਾ ਦਿੱਤਾ ਗਿਆ। ਕੈਨੇਡਾ ਦੇ ਵਿੱਚ ਰਹਿ ਰਹੇ TRV ਵਾਸਤੇ IRCC ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਹੁਣ TRVs ਵਾਸਤੇ ਜੋ ਇੰਟਰਮ ਆਥੋਰਾਈਜ਼ੇਸ਼ਨ ਟੂ ਵਰਕ ਪਾਲਿਸੀ ਹੈ, ਉਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਸ ਵਿੱਚ ਫਰਵਰੀ 2023 ਤੱਕ ਵਾਧਾ ਕਰ ਦਿੱਤਾ ਗਿਆ। ਤਾਜ਼ਾ ਐਲਾਨ ਮੁਤਾਬਕ ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੌਰਾਨ ਜੋ ਐਲੀਜੀਬਲ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੋਲਡਰਸ ਵਾਸਤੇ ਇੱਕ ਕੁਝ ਸਮੇਂ ਲਈ ਕੋਵਿਡ-19 ਮੈਸ਼ਰ ਲਿਆਂਦਾ ਗਿਆ ਸੀ, ਉਸ ਨੂੰ ਹੁਣ ਅੱਗੇ ਵਧਾਇਆ ਗਿਆ ਹੈ। ਇਸ ਨਾਲ ਇਹ ਹੋਵੇਗਾ ਕਿ ਜਿਹੜੇ ਐਲੀਜੀਬਲ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੋਲਡਰ ਹਨ ਤੇ ਉਹ ਕੈਨੇਡਾ ਵਿੱਚ ਨੇ, ਉਹ ਵਰਕ ਪਰਮਿਟ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹ ਦੇਸ਼ ਨੂੰ ਛੱਡੇ ਬਿਨਾਂ ਅਜਿਹਾ ਕਰ ਸਕਦੇ ਨੇ। ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਗਸਤ 2020 ਨੂੰ ਇਸ ਬਾਰੇ ਐਲਾਨ ਕੀਤਾ ਗਿਆ ਸੀ, ਪਰ ਹੁਣ ਇਸ ਨੂੰ 28 ਫਰਵਰੀ 2023 ਤੱਕ ਵਧਾ ਦਿੱਤਾ ਗਿਆ ਹੈ। ਇਸ ਪਬਲਿਕ ਪਾਲਿਸੀ ਨਾਲ ਇਹ ਹੋਵੇਗਾ ਕਿ TRV ਹੋਲਡਰ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਵਾਸਤੇ ਕੈਨੇਡਾ ਵਿੱਚ ਰਹਿ ਕੇ ਹੀ ਅਪਲਾਈ ਕਰ ਸਕਣਗੇ। ਇਸ ਵਾਸਤੇ ਜਿਹੜੀ ਰਿਕੁਆਇਰਮੈਂਟ ਹੈ ਉਹ ਕੁਝ ਇਸ ਤਰ੍ਹਾਂ ਹੈ। ਵਿਅਕਤੀ ਦਾ ਕੈਨੇਡਾ ਵਿੱਚ ਹੋਣਾ ਜ਼ਰੂਰੀ ਹੈ ਕਿ ਐਪਲੀਕੇਸ਼ਨ ਟੂ ਚੇਂਜ ਕੰਡੀਸ਼ਨ ਦੀ ਵਰਤੋਂ ਕਰਦਿਆਂ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਸਬਮਿਟ ਕਰਵਾਇਆ ਜਾਵੇ। ਜਿਸ ਸਮੇਂ ਅਰਜ਼ੀ ਜਮ੍ਹਾਂ ਕਰਵਾਈ ਜਾਵੇ ਉਸ ਸਮੇਂ ਵਿਅਕਤੀ ਕੈਨੇਡਾ ਵਿੱਚ ਹੀ ਹੋਵੇ ਤੇ ਇਹ ਅਰਜ਼ੀ 28 ਫਰਵਰੀ 2023 ਤੋਂ ਪਹਿਲਾਂ ਸਬਮਿਟ ਕਰਾਉਣੀ ਜ਼ਰੂਰੀ ਹੋਵੇਗੀ। ਜਿਹੜੇ ਕੈਨੇਡੀਅਨਸ ਰਸ਼ੀਆ ਦਾ ਸਾਥ ਦੇਣਗੇ ਉਹਨਾਂ ਨੂੰ ਕੈਨੇਡਾ ਵੱਲੋਂ ਇਸ ਹਫ਼ਤੇ ਚੇਤਾਵਨੀ ਜਾਰੀ ਕਰ ਦਿੱਤੀ ਗਈ। ਫ੍ਰੀਲੈਂਡ ਨੇ ਕਿਹਾ ਕਿ ਜਿਹੜੇ ਕੈਨੇਡੀਅਨਸ ਅਜਿਹਾ ਕਰਨਗੇ ਉਹਨਾਂ ਨੂੰ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਕੈਨੇਡੀਅਨਸ ਇਸ ਸਮੇਂ ਰਸ਼ੀਆ ਨਾਲ ਨੇ ਉਹਨਾਂ ਨੂੰ ਫ੍ਰੀਲੈਂਡ ਵੱਲੋਂ ਚੇਤਾਵਨੀ ਦਿੱਤੀ ਗਈ ਹੈ।
ਜੀ ਹਾਂ, ਡਿਪਟੀ ਪ੍ਰਾਈਮ ਮਿਨਿਸਟਰ ਫ੍ਰੀਲੈਂਡ ਵੱਲੋਂ ਉਹਨਾਂ ਕੈਨੇਡੀਅਨਸ ਨੂੰ ਚੇਤਾਵਨੀ ਦਿੱਤੀ ਗਈ ਜਿਹੜੇ ਯੂਕਰੇਨ ਖਿਲਾਫ ਰਸ਼ੀਆ ਵਿੱਚ ਲੜ ਰਹੇ ਨੇ। ਇਸ ਬਾਰੇ ਫ੍ਰੀਲੈਂਡ ਦਾ ਕਹਿਣਾ ਹੈ ਕਿ ਜਿਹੜੇ ਅਜਿਹਾ ਕਰ ਰਹੇ ਹਨ ਉਹਨਾਂ ਨੂੰ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਆਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਬੋਲਦਿਆਂ ਫ੍ਰੀਲੈਂਡ ਵੱਲੋਂ ਇਹ ਚੇਤਾਵਨੀ ਦਿੱਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਰਸ਼ੀਆ ਖਿਲਾਫ ਕਈ ਪਾਬੰਦੀਆਂ ਦਾ ਵੀ ਐਲਾਨ ਕੀਤਾ ਗਿਆ। ਡਿਪਟੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਕੈਨੇਡਾ ਇਹ ਮੰਨਦਾ ਹੈ ਕਿ ਰਸ਼ੀਆ ਦਾ ਜੋ ਯੂਕਰੇਨ ਉੱਪਰ ਹਮਲਾ ਹੈ ਉਹ ਗੈਰ ਕਾਨੂੰਨੀ ਹੈ। ਇਸ ਕਾਰਨ ਕਈ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਨੇ। We are working closely with our partners and allies to encourage them to take the same step. Simply put, this means that Russia and Belarus will no longer receive the benefits, particularly low tariffs, that Canada offers to other countries that are fellow members of the WTO. Instead, Russia and Belarus will be subject to a tariff of 35% on their exports to Canada. The only other country that does not enjoy MFN status with Canada is North Korea. Last night, we also announced that Canada will sanction 10 executives from Rosneft, Russia's leading oil company, and from Gazprom, a major Russian state-owned energy company. This will bring the total number of people and entities sanctioned, or in the process of being sanctioned, by Canada since Russia's illegal occupation of Crimea in 2014 to more than 1,000. The G7 has already imposed the strongest sanctions ever inflicted on a major economy on Russia, and more will follow in the days to come. The ruble has been down by as much as 30% this week. On Monday, Russia's central bank raised its benchmark interest rate to 20%. The Russian stock market is closed today for the fourth consecutive day. Moody's and Fitch have now downgraded Russian government debt to junk status. The economic costs of the Kremlin's barbaric war are already high, and they will continue to rise. ਇਸ ਹਫ਼ਤੇ ਰਸ਼ੀਆ ਵੱਲੋਂ ਯੂਕਰੇਨ ਵਿੱਚ ਪਰਮਾਣੂ ਪਲਾਂਟ ਦੇ ਉੱਪਰ ਹਮਲਾ ਕੀਤਾ ਗਿਆ, ਪਰ ਇਹ ਰਾਹਤ ਦੀ ਖਬਰ ਹੈ ਕਿ ਇੱਥੇ ਕੋਈ ਵੀ ਰੇਡੀਏਸ਼ਨ ਜਾਰੀ ਨਹੀਂ ਹੋ ਸਕੀ। ਲਗਾਤਾਰ ਯੂਕਰੇਨ ਤੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਪਰਮਾਣੂ ਪਲਾਂਟ ਦੇ ਉੱਪਰ ਹਮਲਾ ਕੀਤਾ ਗਿਆ। ਇਸ ਸਮੇਂ ਰਸ਼ੀਆ ਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ ਉਸ ਦੇ ਤਾਜ਼ਾ ਹਾਲਾਤ ਸਾਹਮਣੇ ਆਏ ਨੇ। ਤਾਜ਼ਾ ਜਾਣਕਾਰੀ ਮੁਤਾਬਕ ਰੂਸ ਵੱਲੋਂ ਯੂਕਰੇਨ ਦੇ ਪਰਮਾਣੂ ਪਲਾਂਟ ਤੇ ਹਮਲਾ ਕੀਤਾ ਗਿਆ ਹੈ, ਪਰ ਇਸ ਦੌਰਾਨ ਰੇਡੀਏਸ਼ਨ ਜਾਰੀ ਹੋਣ ਤੋਂ ਬਚਾ ਰਿਹਾ। ਜੀ ਹਾਂ, ਰੂਸ ਦੀਆਂ ਫੌਜਾਂ ਵੱਲੋਂ ਯੂਕਰੇਨ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ ਪਲਾਂਟ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ, ਪਰ ਯੂਕਰੇਨੀ ਫਾਇਰ ਫਾਈਟਰਸ ਇਸ ਅੱਗ ਨੂੰ ਬੁਝਾਉਣ ਵਿੱਚ ਸਫਲ ਰਹੇ। ਸੰਯੁਕਤ ਰਾਸ਼ਟਰ ਅਤੇ ਯੂਕਰੇਨੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਰਮਾਣੂ ਪਲਾਂਟ ਹਮਲੇ ਦੌਰਾਨ ਕੋਈ ਰੇਡੀਏਸ਼ਨ ਜਾਰੀ ਨਹੀਂ ਹੋਈ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦਾ ਇਸ ਬਾਰੇ ਕਹਿਣਾ ਹੈ ਕਿ ਰੂਸੀ ਮਿਜ਼ਾਈਲ ਪਲਾਂਟ ਦੇ ਟ੍ਰੇਨਿੰਗ ਸੈਂਟਰ ਵਿੱਚ ਆ ਕੇ ਵੱਜੀ ਸੀ। ਏਜੰਸੀ ਨੇ ਇਹ ਵੀ ਕਿਹਾ ਕਿ ਰੂਸੀ ਸੈਨਿਕਾਂ ਨੇ ਪਲਾਂਟ ਤੇ ਕੰਟਰੋਲ ਕਰ ਲਿਆ, ਪਰ ਪਲਾਂਟ ਨੂੰ ਅਜੇ ਵੀ ਯੂਕਰੇਨੀ ਸਟਾਫ ਆਪਰੇਟ ਕਰ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਰਮਾਣੂ ਪਲਾਂਟ ਤੇ ਹੋਏ ਇਸ ਹਮਲੇ ਵਿੱਚ 2 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਇਸ ਬਾਰੇ ਜਿਹੜੀਆਂ ਸ਼ੁਰੂਆਤੀ ਰਿਪੋਰਟਾਂ ਸਾਹਮਣੇ ਆਈਆਂ ਨੇ ਉਸ ਵਿੱਚ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪਲਾਂਟ ਵਿੱਚ ਇੱਕ ਥਾਂ ਤੇ ਅੱਗ ਲੱਗੀ ਜਾਂ ਫਿਰ 2 ਥਾਵਾਂ ਅੱਗ ਦੀ ਲਪੇਟ ਵਿੱਚ ਸਨ। ਪਰਮਾਣੂ ਪਲਾਂਟ ਦੇ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਰੂਸੀ ਹਮਲੇ ਵਿੱਚ 1 ਨੰਬਰ ਰੇਡੀਏਟਰ ਨੂੰ ਅੱਗ ਲੱਗੀ ਹੈ, ਪਰ ਮੁਰੰਮਤ ਅਧੀਨ ਹੋਣ ਕਰਕੇ ਇਹ ਰਿਐਕਟਰ ਕੰਮ ਨਹੀਂ ਕਰ ਰਿਹਾ ਸੀ। ਨਾਲ ਹੀ ਪ੍ਰਸ਼ਾਸਨਿਕ ਟ੍ਰੇਨਿੰਗ ਬਿਲਡਿੰਗ ਨੂੰ ਵੀ ਅੱਗ ਲੱਗਣ ਦੀ ਗੱਲ ਕਹੀ ਗਈ ਸੀ। Where we have contacts at the moment and permanently through the night. So, as you have been informed, overnight a projectile hit a building within the plant site, within the site of the plant. This building, I should repeat, is not part of the reactor, is none of the reactors, is a training adjacent construction facility to the reactors. This caused a localized fire, which was extinguished by the local fire brigade at the plant. So it's important to say that all the safety systems
of the 6 reactors at the plant were not affected at all, and that there has been no release of radioactive material. No release of radioactive material. Importantly, in this regard, is the radiation monitoring systems. So the systems we have to measure the radiation are fully functional as well. However, as you can imagine, the operator and the regulator have been telling us that the situation is naturally continues to be extremely tense and challenging. ਅਦਾਕਾਰ ਦੀਪ ਸਿੱਧੂ ਨੂੰ ਲਗਾਤਾਰ ਕੈਨੇਡਾ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਹਫ਼ਤੇ ਜਾਣਕਾਰੀ ਸਾਹਮਣੇ ਆਈ ਕਿ ਗੁਰੂ ਘਰ ਵਿੱਚ ਦੀਪ ਸਿੱਧੂ ਦੀ ਤਸਵੀਰ ਲਗਾਈ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋਈ। ਸੋ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ। ਕੈਨੇਡਾ ਵਿੱਚ ਲਗਾਤਾਰ ਦੀਪ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿੱਚ ਦੀਪ ਸਿੱਧੂ ਦੀ ਤਸਵੀਰ ਲਗਾਈ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋ ਰਹੀ ਹੈ। ਜਿਸ ਮੌਕੇ ਦੀਪ ਸਿੱਧੂ ਦੀ ਤਸਵੀਰ ਇੱਥੇ ਲਗਾਈ ਗਈ, ਇੱਥੇ ਉਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਵੱਲੋਂ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਗਈ। ਦੱਸ ਦਈਏ ਕਿ ਦੀਪ ਸਿੱਧੂ ਦਾ ਦੇਹਾਂਤ ਭਿਆਨਕ ਸੜਕ ਹਾਦਸੇ ਵਿੱਚ ਹੋ ਗਿਆ, ਜਿਸ ਤੋਂ ਬਾਅਦ ਹੁਣ ਲਗਾਤਾਰ ਉਨ੍ਹਾਂ ਲਈ ਕਈ ਥਾਂ ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਵਿੱਚ ਵੀ ਲਗਾਤਾਰ ਦੀਪ ਸਿੱਧੂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸੋ ਦਿਖਾਉਂਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੀਆਂ ਤਸਵੀਰਾਂ, ਜਿਸ ਮੌਕੇ ਦੀਪ ਸਿੱਧੂ ਦੀ ਤਸਵੀਰ ਇੱਥੇ ਲਗਾਈ ਗਈ। ਕਿਸਾਨ ਮੋਰਚੇ ਦੇ ਵੇਲੇ ਵੀ ਬਾਅਦ ਦੇ ਵਿੱਚ ਉਹ ਜਿਹੜੀਆਂ ਗੱਲਾਂ ਇਹਨਾਂ ਦੇ ਦਿਲਾਂ ਦੇ ਵਿੱਚ ਜਿਹੜੀਆਂ ਵਸੀਆਂ ਕਰਦੇ ਕਿ ਸਿੱਖ ਪ੍ਰਤੀ ਰਾਜਨੀਤੀ ਸਾਬਤੀ ਕਿਉਂ ਜ਼ਰੂਰੀ ਹੈ। ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਉਹ ਇਹ ਗੁਲਾਮੀ ਵਿੱਚ ਨਾ ਜੀਣ, ਉਹ ਆਪਣਾ ਸਹਿਣ ਵਧਾ ਕੇ ਕੇਸਰੀ ਨਿਸ਼ਾਨ ਦਾ ਥੱਲੇ ਇਕੱਠੇ ਹੋ ਕੇ ਆਪਣੇ ਦੇਸ਼ ਦੇ ਵਿੱਚ ਸਰਵਾਤੇ ਭਲੇ ਦਾ ਰਾਜ ਸਥਾਪਿਤ ਕਰ ਸਕਣ। ਜਿਵੇਂ ਕਿ ਹੁਣ ਬੇਨਤੀ ਕਰਨੀ ਹੈ ਕਿ ਜਿੱਦਾਂ ਆਪਾਂ ਇਹ ਤਸਵੀਰ ਕੰਨ ਤੇ ਲਾਉਣੀ ਹੈ, ਉਹਦੇ ਵਿੱਚ ਸਾਰੇ ਨੇ ਬੋਲੇ ਸੋਨੇ ਹਾਲ ਦੇ ਜਗਾਰੇ ਹਾਲਸੇ ਦੇ ਬੋਲ ਵਾਲੇ ਦੇ ਜਗਾਰੇ ਉਹ ਸਾਰਿਆਂ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਨੀ ਹੈ ਤੇ ਸਾਂਝ ਕਰਨੀ ਹੈ। ਬੋਲੇ ਸੋਨੇ ਹਾਲ ਨਾਟੋ ਵੱਲੋਂ ਇਸ ਹਫ਼ਤੇ ਯੂਕਰੇਨ ਤੇ ਰਸ਼ੀਆ ਵਿਚਕਾਰ ਜੋ ਜੰਗ ਚੱਲ ਰਹੀ ਹੈ ਉਸ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ। ਯੂਕਰੇਨ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਨੋ ਫਲਾਈ ਜ਼ੋਨ ਐਲਾਨ ਕੀਤਾ ਜਾਵੇ, ਪਰ ਨਾਟੋ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਨਾਟੋ ਦਾ ਕਹਿਣਾ ਹੈ ਕਿ ਇਸ ਜੰਗ ਵਿੱਚ ਅਜੇ ਉਹਨਾਂ ਦਾ ਕੋਈ ਵੀ ਰੋਲ ਨਹੀਂ ਹੈ। ਯੂਕਰੇਨ ਅਤੇ ਰਸ਼ੀਆ ਦੀ ਜੰਗ ਵਿਚਕਾਰ ਨਾਟੋ ਦਾ ਇੱਕ ਵਾਰ ਫਿਰ ਤੋਂ ਬਿਆਨ ਸਾਹਮਣੇ ਆਇਆ। ਨਾਟੋ ਦਾ ਇਸ ਬਾਰੇ ਕਹਿਣਾ ਹੈ ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ। ਹੁਣ ਨਾਟੋ ਵੱਲੋਂ ਯੂਕਰੇਨ ਨੂੰ ਨੋ ਫਲਾਈ ਜ਼ੋਨ ਐਲਾਨਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਬਾਰੇ ਨਾਟੋ ਦਾ ਕਹਿਣਾ ਹੈ ਕਿ ਅਜਿਹੇ ਕਦਮ ਨਾਲ ਫਿਲਹਾਲ ਰੂਸ ਅਤੇ ਗੁਆਂਢੀ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਪੂਰੇ ਯੂਰਪ ਵਿੱਚ ਫੈਲ ਜਾਵੇਗੀ। ਪਰ ਨਾਟੋ ਨੇ ਯੂਕਰੇਨ ਨੂੰ ਭੇਜੀ ਜਾਣ ਵਾਲੀ ਮਦਦ ਵਿੱਚ ਵਾਧਾ ਕਰਨ ਦਾ ਜ਼ਿਕਰ ਕੀਤਾ ਹੈ। ਯੂਕਰੇਨ ਯੂਰਪੀਅਨ ਯੂਨੀਅਨ ਅਤੇ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਸੰਕਟ ਦੇ ਸਮੇਂ ਵਿੱਚ ਇੱਕ ਦੂਸਰੇ ਦੀ ਰਾਖੀ ਕਰਨਾ ਇਨ੍ਹਾਂ ਸਮੂਹਾਂ ਦੀ ਬੁਨਿਆਦੀ ਸਿਧਾਂਤਾਂ ਵਿੱਚ ਸ਼ਾਮਲ ਹੈ। ਨਾਟੋ ਦੇ ਸੈਕਟਰੀ ਜਨਰਲ ਨੇ ਕਿਹਾ ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ ਹਾਂ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਨੇ। ਇੱਥੇ ਬੰਬਾਰੀ ਕੀਤੀ ਜਾ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਈ ਦਿਨਾਂ ਤੋਂ ਪੱਛਮੀ ਦੇਸ਼ਾਂ ਨੂੰ ਯੂਕਰੇਨ ਉੱਪਰ ਨੋ ਫਲਾਈ ਜ਼ੋਨ ਐਲਾਨਣ ਦੀ ਮੰਗ ਕੀਤੀ ਸੀ। ਰੂਸ ਉੱਪਰ ਆਰਥਿਕ ਪਾਬੰਦੀਆਂ ਅਤੇ ਯੂਕਰੇਨ ਨੂੰ ਹਥਿਆਰ ਤੇ ਜੰਗੀ ਸਮਾਨ ਭੇਜਦੇ ਉਸ ਦੀ ਮਦਦ ਕੀਤੀ ਜਾ ਰਹੀ ਹੈ, ਪਰ ਨਾਟੋ ਨੇ ਫੌਜੀ ਕਾਰਵਾਈ ਦੀ ਮਦਦ ਨਹੀਂ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਕਿ ਨਾਟੋ ਦੇ ਵਿਦੇਸ਼ ਮੰਤਰੀਆਂ ਨੂੰ ਪੁਤਿਨ ਦੁਆਰਾ ਯੂਕਰੇਨ ਨੂੰ ਸੀਰੀਆ ਵਿੱਚ ਤਬਦੀਲ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇੱਕ ਟਵਿੱਟਰ ਪੋਸਟ ਵਿੱਚ ਉਨ੍ਹਾਂ ਵੱਲੋਂ ਲਿਖਿਆ ਗਿਆ ਕਿ ਬਹੁਤ ਦੇਰ ਹੋ ਜਾਣ ਤੋਂ ਪਹਿਲਾਂ ਹੁਣੇ ਕਾਰਵਾਈ ਕਰੋ। ਇਸ ਦੇ ਨਾਲ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਤੀਸਰੇ ਵਿਸ਼ਵ ਯੁੱਧ ਦੀ ਤਿਆਰੀ, ਬਾਈਡਨ ਨੇ ਦਿੱਤੀ ਚੇਤਾਵਨੀ। ਕੈਨੇਡਾ 'ਚ ਪੰਜਾਬਣ ਤੇ ਹਮਲਾ, ਰਾਤ ਨੂੰ ਕਰ ਰਹੀ ਸੀ ਡਿਊਟੀ। ਸਰਕਾਰ ਵੱਲੋਂ ਯੂਕਰੇਨ ਦੀ ਹੋਰ ਮਦਦ ਦਾ ਐਲਾਨ, ਸਰਕਾਰ ਨੇ ਭੇਜੀ $100 ਮਿਲੀਅਨ ਦੀ ਮਦਦ। ਯੂਕਰੇਨ ਦੀ ਮਦਦ ਕਰੇਗਾ ਕੈਨੇਡਾ, ਜਸਟਿਨ ਟਰੂਡੋ ਦਾ ਵੱਡਾ ਐਲਾਨ। ਰੂਸ ਦੇ ਚੈਨਲ ਕੀਤੇ ਬੰਦ, ਕੈਨੇਡਾ ਨੇ ਲਿਆ ਫੈਸਲਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।